ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 24 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਇਸ ਵੇਲੇ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੋਂ, ਜਿਸ ਖਬਰ ਦੇ ਉੱਤੇ ਚਰਚਾ ਹੋ ਰਹੀ ਹੈ ਤੇ ਹੋਣੀ ਚਾਹੀਦੀ ਵੀ ਹੈ, ਪੀਲੀ ਭੀਤ ਮੁਕਾਬਲਾ। ਸਵਾਲ ਇਹ ਖੜਾ ਹੋ ਗਿਆ ਕਿ ਕੀ 90 ਵਾਲੇ ਜਿਹੜੇ ਦ੍ਰਿਸ਼ ਸੀਗੇ ਜਿਨ੍ਹਾਂ ਨੂੰ ਲੋਕ ਭੁੱਲੇ ਨਹੀਂ, ਉਹਨਾਂ ਮਾਮਲਿਆਂ ਦੇ ਵਿੱਚ ਅੱਜ ਵੀ ਸਜ਼ਾਵਾਂ ਹੋ ਰਹੀਆਂ ਨੇ ਦੋਸ਼ੀਆਂ ਨੂੰ, ਦੋਸ਼ੀ ਪੁਲਿਸ ਅਫਸਰਾਂ ਨੂੰ। ਹੁਣ ਉਹ ਯੂਪੀ ਜਾ ਕੇ ਫਿਲਮਾਉਣ ਲੱਗ ਪਈ ਹੈ ਪੰਜਾਬ ਪੁਲਿਸ। ਪ੍ਰਵੀਨ ਜੀ, ਆਪਾਂ ਇਸੇ ਆਪਣੇ ਪ੍ਰੋਗਰਾਮ ਦੇ ਵਿੱਚ ਲਗਾਤਾਰ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਥਾਣਿਆਂ ਤੇ ਜੀ ਹਮਲੇ ਹੋ ਰਹੇ ਜੀ। ਬਿਲਕੁਲ ਬਿਲਕੁਲ, ਮੈਨੂੰ ਯਾਦ। ਇਹੀ ਪੁਲਿਸ ਕਦੇ ਕਹਿੰਦੀ ਸੀ ਟਾਇਰ ਪਟਿਆ, ਕਦੇ ਕਹਿੰਦੀ ਜੀ ਕਿਤੇ ਇੱਧਰ ਧਮਾਕਾ ਹੋਇਆ ਜੀ, ਕੋਈ ਇਹ ਤਾਂ ਬੰਬ ਪਟਾਕਾ ਹੈ ਜੀ। ਫਿਰ ਉਸ ਸਮੇਂ ਕਿਉਂ ਲੁਕਾ ਰਹੇ ਸੀਗੇ? ਜੇਕਰ ਇਹ ਗ੍ਰਨੇਡ ਹਮਲੇ ਸੀ, ਜੇਕਰ ਇਹ ਵਿਸਫੋਟਕ ਹਮਲੇ ਸੀ, ਜੇਕਰ ਇਹ ਪਾਕਿਸਤਾਨੀ ਹਮਲੇ ਸੀ, ਜੇਕਰ ਇਹਦੇ ਪਿੱਛੇ ਕੋਈ ਵਿਦੇਸ਼ੀ ਤਾਕਤਾਂ ਦੀ ਸਾਜ਼ਿਸ਼ ਸੀ, ਤੇ ਤੁਸੀਂ ਦਮ ਭਰਿਆ ਕਿ ਅਸੀਂ 3 ਸਾਜ਼ਿਸ਼ ਘਾੜੇ ਫੜ ਲਏ ਜੀ, ਜਿਨ੍ਹਾਂ ਨੇ ਗੁਰਦਾਸਪੁਰ ਕਲਾਨੌਰ ਵਾਲੀ ਜਿਹੜੀ ਉਹ ਚੌਂਕੀ ਤੇ ਹਮਲਾ ਕੀਤਾ ਜੀ, ਉਹ ਫੜ ਲਏ ਜੀ। ਜੇ ਫੜ ਲਏ ਫਿਰ ਅਸਲੀ ਕੜੀਆਂ ਤੱਕ ਚਲੇ ਜਾਂਦੇ ਨਾ, ਫਿਰ ਮਾਰਨ ਦੀ ਕੀ ਲੋੜ ਸੀ? ਫਿਰ ਮਤਲਬ ਉਹ 18 ਸਾਲ 20 22 ਸਾਲ ਦੇ ਜਵਾਕ, ਜਿਨ੍ਹਾਂ ਬਾਰੇ ਪਰਿਵਾਰਕ ਤੌਰ ਤੇ ਇਲਾਕੇ ਦੇ ਵਿੱਚੋਂ ਮੀਡੀਆ ਦੇ ਹਵਾਲੇ ਨਾਲ ਇਹ ਆਵਾਜ਼ਾਂ ਉੱਠਣ ਲੱਗੀਆਂ ਨੇ ਕਿ ਲੋਕਲ ਪੱਧਰ ਤੇ, ਸਥਾਨਕ ਪੱਧਰ ਤੇ ਮਾੜੀਆਂ ਮੋਟੀਆਂ ਕੋਈ ਸ਼ਰਾਰਤਾਂ, ਲੁੱਟ ਖੋਜ, ਇਹੋ ਜਿਹੇ ਕਿਸੇ ਮਾਮਲਿਆਂ 'ਚ ਤਾਂ ਹੋ ਸਕਦਾ ਕੋਈ ਤਾਂ ਕਿਹਦਾ ਨਾਮ ਬੋਲਦਾ ਹੋਵੇ ਪੁਲਿਸ ਰਿਕਾਰਡ 'ਚ ਮਾੜਾ ਮੋਟਾ, ਹੈ ਨਾ। ਪਰ ਪੁਲਿਸ ਆਪ ਕਹੀ ਜਾਂਦੀ ਹੈ ਕਿ ਇਹਨਾਂ ਨੇ ਕੋਈ ਵਿਦੇਸ਼ ਜਾ ਕੇ ਟ੍ਰੇਨਿੰਗ ਨਹੀਂ ਲਈ, ਕੋਈ ਇਹ ਟ੍ਰੇਨਡ ਨਹੀਂ ਹੋਏ, ਤੇ ਕੋਈ ਉਹਨਾਂ ਦੇ ਰੂਪ ਸਰੂਪ ਤੋਂ ਜਿਹੜੇ ਉਹਨਾਂ ਦੇ ਦੋਸ਼ ਲਾਏ ਜਾ ਰਹੇ ਨੇ ਉਹੇ ਜਿਹਾ ਉਹਨਾਂ ਦਾ ਕੋਈ ਚਿਹਰਾ ਮੋਹਰਾ ਬਣਤਰ ਨਹੀਂ, ਹੈ ਨਾ। ਫਿਰ ਇਹ ਸਾਰੇ ਸਵਾਲਾਂ ਦੇ ਵਿੱਚ ਕਿ ਪੁਲਿਸ ਇੰਨੀ ਮਤਲਬ ਕਿ ਉਹ ਹੈ ਕਿ ਜਿਹੜੀ ਇਹਨਾਂ 3 ਮੁੰਡਿਆਂ ਨੂੰ ਵੀ ਟੈਕਲ ਨਾ ਕਰ ਸਕੀ, ਫਿਰ ਤੁਹਾਨੂੰ ਗੋਲੀਆਂ ਮਾਰਦੀ। ਜੇਕਰ ਉਹ ਦੋਸ਼ੀ ਸੀ ਫਿਰ ਅਦਾਲਤ ਸਜ਼ਾ ਸੁਣਾਉਂਦੀ, ਤੁਸੀਂ ਉਹਨਾਂ ਨੂੰ ਅਦਾਲਤ ਪੇਸ਼ ਕਰ ਦਿੰਦੇ। ਤੁਹਾਨੂੰ ਪੀਲੀਭੀਤ ਲਿਜਾਣ ਦੀ ਬਜਾਏ ਅਦਾਲਤ ਲੈ ਕੇ ਜਾਣਾ ਚਾਹੀਦਾ ਸੀ। ਜੀ ਜੀ। ਸਵਾਲ ਇਹ ਖੜਾ ਕਿ ਉਹ ਆਪ ਪੀਲੀਭੀਤ ਪਹੁੰਚ ਗਏ ਕਿ ਤੁਸੀਂ ਆਪਣੀਆਂ ਗੱਡੀਆਂ 'ਚ ਲੈ ਕੇ ਗਏ। ਇੱਥੋਂ ਤੱਕ ਸਥਿਤੀ ਹੈ ਹੈਗੀ। ਪੰਜਾਬ ਇਸ ਇਹ ਅੱਛਾ ਸ਼ੌਂਕੇ ਛੱਬੇ ਪੈਦਾ ਕਿਉਂ ਹੋਏ? ਕਿਉਂਕਿ ਤੁਹਾਡਾ ਪੁਰਾਣਾ ਰਿਕਾਰਡ ਤੁਹਾਡੇ ਮੂਹਰੇ ਖੜਾ। ਹਾਂਜੀ ਬਿਲਕੁਲ। ਤੁਹਾਡੀਆਂ ਪੁਰਾਣੀਆਂ ਕਰਤੂਤਾਂ ਤੁਹਾਡੇ ਮੂਹਰੇ ਖੜੀਆਂ। ਤੁਸੀਂ ਜੋ ਕੁਝ ਪੰਜਾਬ 'ਚ ਉਹਨਾਂ ਦਿਨਾਂ 'ਚ ਆਪਣੀਆਂ ਫੀਤੀਆਂ ਲਵਾਉਣ ਲਈ, ਆਪਣੇ ਸਟਾਰ ਬਣਾਉਣ ਲਈ ਪੰਜਾਬ ਦੇ ਨੌਜਵਾਨਾਂ ਦਾ ਘਾਣ ਕੀਤਾ, ਉਹ ਬਾਤਾਂ ਲੋਕਾਂ ਨੂੰ ਅੱਜ ਵੀ ਚੇਤਨ ਨੇ। ਤੋਂ ਦ੍ਰਿਸ਼ ਤੁਸੀਂ ਹਰੇ ਕਰ ਰਹੇ ਹੋ, ਲੋਕ ਭੁੱਲੇ ਹੀ ਨਹੀਂ ਗਏ ਜੀ। ਮਤਲਬ ਗਰੀਬ ਪਰਿਵਾਰਾਂ ਦੇ 3 'ਚੋਂ 2 ਦਲਿਤ ਪਰਿਵਾਰਾਂ ਦੇ ਬੱਚੇ ਨੇ, ਇੱਕ ਡਰਾਈਵਰੀ ਨਾਲ ਸੰਬੰਧਿਤ ਬਹੁਤ ਹੀ ਗਰੀਬ ਘਰ ਤੋਂ ਹੈ। ਸੋ ਕੀ ਤੁਸੀਂ ਕਮਜ਼ੋਰ ਕੜੀਆਂ ਨੂੰ ਡਰਾ ਕੇ ਕਿ ਇਹਨਾਂ ਦੇ ਹੱਕ 'ਚ ਕਿਹਨੇ ਖੜਨਾ, ਇਹਨਾਂ ਦੇ ਨਾਲ ਕਿਹਨੇ ਬੋਲਣਾ, ਇਹਨਾਂ ਲਈ ਕਿਹਨੇ ਆਵਾਜ਼ ਚੁੱਕਣੀ, ਕਿ ਮਾਪਿਆਂ ਦਾ ਹੈ ਨਾ ਮੂੰਹ ਬੰਦ ਕਰਾ ਦੇਣਗੇ 4 ਪੈਸੇ ਦੇ ਕੇ, ਇਹ ਸੋਚ ਰਹੇ ਹੋ? ਖਾਲੜਾ ਵਾਲੀਆਂ ਰਿਪੋਰਟਾਂ ਤੇ ਅੱਜ ਤੱਕ ਚਾਰਜੋਈ ਨਹੀਂ ਹੋਈ, ਤੇ ਆ ਹੁਣ ਵੀ ਮੋਹਾਲੀ 'ਚ ਪੁਲਿਸ ਮੁਕਾਬਲਿਆਂ ਦੇ ਹਵਾਲੇ ਨਾਲ ਸਜ਼ਾਵਾਂ ਸੁਣਾ ਰਹੇ ਨੇ ਇੰਨੇ ਸਾਲਾਂ ਬਾਅਦ। ਤੋ ਇਸ ਲਈ ਇਹ ਦ੍ਰਿਸ਼ ਇੰਝ ਹੀ, ਬਿਲਕੁਲ ਤੁਹਾਡਾ ਸਵਾਲ ਦਰੁਸਤ ਹੈ ਕਿ ਇੰਝ ਹੀ ਮਹਿਸੂਸ ਕੀਤਾ ਜਾ ਰਿਹਾ ਕਿ ਇਹ ਨਕਲੀ ਪੁਲਿਸ ਮੁਕਾਬਲਾ, ਇਹ ਝੂਠਾ ਪੁਲਿਸ ਮੁਕਾਬਲਾ। ਔਰ ਜਿਹੜੇ ਦ੍ਰਿਸ਼ ਪਹਿਲਾਂ ਪੰਜਾਬ 'ਚ ਦੁਹਰਾਏ ਜਾਂਦੇ ਸੀ, ਪੰਜਾਬ 'ਚ ਫਿਲਮਾਏ ਜਾਂਦੇ ਸੀ, ਉਹਨਾਂ ਨੂੰ ਰੂਪ ਦਿੱਤਾ ਜਾਂਦਾ ਸੀ, ਹੁਣ ਜਾ ਕੇ ਪੀਲੀਭੀਤ। ਪੀਲੀਭੀਤ ਦਾ ਮਤਲਬ ਯੂਪੀ ਦੀ ਯੋਗੀ ਸਰਕਾਰ, ਯੋਗੀ ਸਰਕਾਰ ਦਾ ਮਤਲਬ ਮੋਦੀ ਸਰਕਾਰ। ਸੋ
ਕੀ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਹੇਠਲੇ ਪੱਧਰ ਤੇ ਆ ਗਏ ਕਿ ਉਹਨਾਂ ਤੋਂ ਇਹ ਚੀਜ਼ਾਂ ਵੀ ਕੰਟਰੋਲ ਨਹੀਂ ਹੁੰਦੀਆਂ? ਜੇ ਸੱਚਮੁੱਚ ਤੁਸੀਂ ਮਤਲਬ ਕਿ ਪੰਜਾਬ ਚੋਂ ਇਹੋ ਜਿਹੇ ਗੈਂਗਸਟਰਵਾਦ ਨੂੰ ਜਾਂ ਅਜਿਹੇ ਅੱਤਵਾਦ ਨੂੰ ਮਕਾਉਣਾ ਚਾਹੁੰਦੇ ਹੋ, ਫਿਰ ਖਰੜ ਥਾਣੇ 'ਚ ਕੀ ਕਰਾ ਰਹੇ ਸੀ ਲਾਰੈਂਸ ਬਿਸ਼ਨੋਈ ਤੋਂ? ਮਕਾ ਲੈਂਦੇ। ਉੱਥੇ ਤਾਂ ਤੁਸੀਂ ਉਹਨੂੰ ਨੈਟ ਪ੍ਰੋਵਾਈਡ ਕਰਾਉਂਦੇ ਹੋ, ਉੱਥੇ ਤਾਂ ਉਹਨੂੰ ਤੁਸੀਂ ਕੈਮਰੇ ਮੋਬਾਈਲ ਪ੍ਰੋਵਾਈਡ ਕਰਾਉਂਦੇ ਹੋ, ਤੇ ਫਿਰ ਡੀਜੀਪੀ ਸਾਹਿਬ ਝੂਠ ਵੀ ਬੋਲਦੇ ਆ ਅਦਾਲਤ ਤੱਕ ਵੀ ਕਿ ਨਾ ਜੀ ਸਾਡਾ ਤਾਂ ਕੋਈ ਸੰਬੰਧ ਨਹੀਂ। ਜੀ ਉੱਥੇ ਤਾਕਤ ਕਿੱਥੇ ਗਈ ਸੀ? ਉਹਦੇ ਲਈ ਪੀਲੀਭੀਤ ਕਿਉਂ ਦੂਰ ਸੀ ਫਿਰ? ਸੋ ਪੰਜਾਬ ਸਵਾਲ ਪੁੱਛ ਰਿਹਾ। ਇਹ ਸ਼ੰਕੇ ਸ਼ੋਭੇ ਮੈਂ ਕਹਿੰਦਾ ਸਹੀ ਹੁੰਦਿਆਂ ਵੀ ਤੁਸੀਂ ਹੁਣ ਗਲਤ ਮਹਿਸੂਸ ਹੋਣ ਲੱਗਦੇ ਹੋ ਜਦੋਂ ਤੁਸੀਂ ਅਜਿਹੀ ਪ੍ਰਕਿਰਿਆ ਲਈ ਅਗਾਂਹ ਵਧਦੇ ਹੋ। ਸੋ ਤੁਹਾਡਾ ਪੁਰਾਣਾ ਰਿਕਾਰਡ, ਤੁਹਾਡਾ ਟੈਪ ਰਿਕਾਰਡ ਔਰ ਉਹਨਾਂ ਬੱਚਿਆਂ ਦੇ ਚਿਹਰੇ ਮੋਹਰੇ ਦ੍ਰਿਸ਼ ਇਹ ਸਵਾਲ ਪੈਦਾ ਕਰ ਰਹੇ ਨੇ ਕਿ ਇਹ 90 ਵਾਲੇ ਦ੍ਰਿਸ਼ਾਂ ਨੂੰ ਫਿਲਮਾਉਣ ਨੂੰ ਤੁਸੀਂ ਪੀਲੀਭੀਤ ਜਾਣ ਲੱਗੇ ਹੋ। ਕੀ ਕੇਂਦਰ ਮਿਲ ਕੇ ਪੰਜਾਬ ਦੀ ਜਵਾਨੀ ਨਾਲ ਖੇਡ ਰਿਹਾ? ਵਿਦੇਸ਼ੀ ਤਾਕਤਾਂ ਪੰਜਾਬ ਦੀ ਜਵਾਨੀ ਨੂੰ ਭਰਮਾ ਰਹੀਆਂ? ਜੇ ਉਹ ਭਰਮਾ ਰਹੀਆਂ ਤਾਂ ਵੀ ਤੁਸੀਂ ਕਿਉਂ ਨਹੀਂ ਰੋਕ ਪਾ ਰਹੇ? ਜੇ ਕੇਂਦਰ ਸਰਕਾਰ ਇਸ ਵਧੀਕੀ ਕਰ ਰਹੀ ਹੈ, ਇਸ ਤਰ੍ਹਾਂ ਯੂਪੀ ਸਰਕਾਰ ਨਾਲ ਮਿਲ ਕੇ ਤੁਹਾਡੇ ਪੁਲਿਸ ਤੋਂ ਇਹ ਕਾਰਜ ਕਰਾ ਰਹੀ ਹੈ, ਤਾਂ ਵੀ ਤੁਸੀਂ ਨਹੀਂ ਰੋਕ ਪਾ ਰਹੇ। ਦੋਵੇਂ ਪਾਸੇ ਫੇਲੀਅਰ ਤੁਹਾਡਾ ਹੈ ਤੇ ਘਾਣ ਪੰਜਾਬ ਦੀ ਜਵਾਨੀ ਦਾ। ਜੀ ਬਿਲਕੁਲ। ਮੁੱਖ ਮੰਤਰੀ ਸਾਹਿਬ ਦਾ ਜ਼ਿਕਰ ਕੀਤਾ ਤੁਸੀਂ ਇਸ ਤਰ੍ਹਾਂ, ਇਹਨਾਂ ਜਦੋਂ ਖਬਰ ਉੱਤੇ ਚਰਚਾ ਕਰ ਰਹੇ ਸੀਗੇ ਕਿ ਮੁੱਖ ਮੰਤਰੀ ਸਾਹਿਬ ਉੱਤੇ ਵੀ ਸਵਾਲ ਉੱਠਣਗੇ। ਹੁਣ ਜਿਹੜਾ ਸਵਾਲ ਉਹ ਖੜਾ ਕਰਦੇ ਨੇ ਆਪ ਹੀ, ਜਿਹੜਾ ਮਸਲਾ ਚੁੱਕਿਆ ਉਹਨਾਂ ਨੇ, ਉਹ ਕਹਿੰਦੇ ਉਹਨਾਂ ਨੂੰ ਹੀ ਬੈਕਫਾਇਰ ਕਰ ਗਿਆ। ਜਿਹੜਾ ਟਵੀਟ ਕੀਤਾ ਸੀ ਉਹਨਾਂ ਨੇ ਕੋਈ ਮੁੱਖ ਮੰਤਰੀ ਮਾਨ ਸਾਹਿਬ ਨੇ, ਉਹ ਟਵੀਟ ਵਾਲਾ ਤੀਰ ਕਹਿੰਦੇ ਮੁੱਖ ਮੰਤਰੀ ਮਾਨ ਸਾਹਿਬ ਦੀ ਵੀ ਵੱਖੀ ਪਾੜ ਗਿਆ ਜੀ। ਬਿਲਕੁਲ ਜੀ। ਮੁੱਖ ਮੰਤਰੀ ਭਗਵੰਤ ਮਾਨ ਜੀ ਖਨੌਰੀ ਸ਼ੰਭੂ ਬਾਰਡਰ ਤੇ ਚੱਲੇ ਅੰਦੋਲਨ ਦੇ ਵਿੱਚ ਵਿਚੋਲਾ ਬਣੇ ਸੀ। ਹਾਂਜੀ ਬਿਲਕੁਲ। ਸ਼ੁਰੂ 'ਚ ਫਰਵਰੀ ਮਹੀਨੇ 'ਚ ਮੈਂ ਲਿਆਇਆ ਜੀ ਕੇਂਦਰੀ ਮੰਤਰੀਆਂ ਨੂੰ, ਲਓ ਜੀ ਤੁਹਾਡਾ ਮਸਲਾ ਹੱਲ, ਬੈਠੋ ਜੀ। ਰਾਤ ਨੂੰ 11 12 ਵਜੇ ਤੱਕ ਮੀਟਿੰਗਾਂ ਹੋਈਆਂ। 2-3 ਮੀਟਿੰਗਾਂ 'ਚ ਮੁੱਖ ਮੰਤਰੀ ਸਾਹਿਬ ਹਾਜ਼ਰ ਹੁੰਦੇ ਰਹੇ। ਉਸ ਤੋਂ ਬਾਅਦ ਨਾ ਦਿੱਲੀ ਵਾਲੇ ਮੁੜ ਕੇ ਆਏ ਤੇ ਨਾ ਮੁੱਖ ਮੰਤਰੀ ਸਾਹਿਬ ਕਿਤੇ ਲੱਭੇ। 10 ਮਹੀਨਿਆਂ ਬਾਅਦ ਮੁੱਖ ਮੰਤਰੀ ਸਾਹਿਬ ਦਾ ਕਿਸਾਨੀ ਮਸਲੇ ਤੇ ਟਵੀਟ ਆਉਂਦਾ। ਇਹ ਮੁੱਖ ਮੰਤਰੀ ਦਾ ਟਵੀਟ ਹੈ? ਹਾਂਜੀ ਬਿਲਕੁਲ। ਜਿਹਨੇ ਮਸਲਾ ਜੇ ਹੱਲ ਕਰਨਾ ਤਾਂ ਮੁੱਖ ਮੰਤਰੀ ਟਵੀਟ ਰਾਹੀਂ ਹੱਲ ਕਰੂਗਾ। ਵੋਟਾਂ ਮੰਗਣ ਤਾਂ ਤੁਸੀਂ ਗੱਡੀਆਂ ਚੋਂ ਬਾਹਰ ਨਿਕਲ ਕੇ ਹੱਥ ਹਿਲਾਉਂਦੇ ਹੋ, ਹੈ ਨਾ। ਸਟੇਜਾਂ ਤੇ ਜਾ ਕੇ ਗੀਤ ਗਾਉਣ ਲਈ ਤਾਂ ਤੁਸੀਂ ਮਾਈਕ ਜੋੜ ਕੇ ਸਿਰ ਜੋੜ ਕੇ ਗੀਤ ਗਾਉਂਦੇ ਹੋ, ਤੇ ਪੰਜਾਬ ਦੇ ਮਸਲਿਆਂ ਲਈ ਤੁਸੀਂ ਕਿਸੇ ਧਰਾਤਲ ਤੇ ਆਉਂਦੇ ਨਹੀਂ। ਟਵੀਟ ਵੀ ਤੁਹਾਡਾ 10-10 ਮਹੀਨਿਆਂ ਬਾਅਦ ਆਉਂਦਾ। ਹੁਣ ਉਹ ਬੱਖੀ ਕਿਵੇਂ ਪਾੜਦਾ? ਤੁਸੀਂ ਟਵੀਟ ਸੁਣੋ ਪਹਿਲਾਂ। ਜੀ। ਮੁੱਖ ਮੰਤਰੀ ਸਾਹਿਬ ਨੇ ਭਾਰਤੀ ਤਰੀਕ ਸਮੇਂ ਅਨੁਸਾਰ ਲੰਘੇ ਕੱਲ 24/12/2024 ਨੂੰ ਦਿਨ ਦੇ 12:15 ਤੋਂ 12:30 ਦੇ ਦਰਮਿਆਨ ਟਵੀਟ ਤੋਂ ਲੈ ਕੇ ਫੇਸਬੁੱਕ ਦੀ ਪੋਸਟ ਤੱਕ ਇੱਕੋ ਚੀਜ਼ ਸਾਂਝੀ ਕੀਤੀ ਇਕੱਠੀ। ਪਹਿਲਾਂ ਉਹਨੂੰ ਐਕਸ ਤੇ ਪਾਇਆ, ਜਿਹੜਾ ਅੱਜ ਕੱਲ ਟਵੀਟ ਐਕਸ ਹੋ ਗਿਆ ਉਹਨਾਂ ਨੂੰ। ਫਿਰ ਉਸ ਤੋਂ ਬਾਅਦ ਉਹੀ ਪੋਸਟ ਉਹਨਾਂ ਨੇ ਆਪਣੇ ਫੇਸਬੁੱਕ ਤੇ ਪਾਈ। ਕੀ ਹੈ ਜੀ ਉਹ ਟਵੀਟ? ਕੇਂਦਰ ਸਰਕਾਰ ਨੂੰ ਆਪਣੀ ਪੁਰਾਣੀ ਜਿੱਤ ਛੱਡ ਕੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਦਾ ਰਾਹ ਖੋਲ੍ਹਣਾ ਚਾਹੀਦਾ ਹੈ। ਠੀਕ ਹੈ। ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ। ਸੈਂਟਰ ਸਰਕਾਰ ਪਤਾ ਨਹੀਂ ਹੁਣ ਕਿਹੜੀ ਤਪੱਸਿਆ ਕਰ ਰਹੀ ਹੈ। ਜੀ। ਜੇ ਮੋਦੀ ਜੀ ਰੂਸ ਤੇ ਯੂਕਰੇਨ ਦੀ ਜੰਗ ਰੁਕਵਾ ਸਕਦੇ ਨੇ ਤਾਂ 200 ਕਿਲੋਮੀਟਰ ਤੇ ਬੈਠੇ ਅੰਨਦਾਤਿਆਂ ਨਾਲ ਨਹੀਂ ਗੱਲ ਕਰ ਸਕਦੇ? ਕਿਹੜੀ ਘੜੀ ਦਾ ਇੰਤਜ਼ਾਰ ਕਰ ਰਹੇ ਹੋ ਜੀ? ਇਹ ਮੁੱਖ ਮੰਤਰੀ ਸਾਹਿਬ ਟਵੀਟ ਕਰਦੇ ਨੇ ਜੀ। ਫੇਸਬੁੱਕ ਪੋਸਟ ਤੇ ਇਹਦੇ ਥੱਲੇ ਸੈਂਕੜੇ ਕਮੈਂਟ ਨੇ। ਠੀਕ ਆ। ਮੈਂ ਉਹਨਾਂ ਚੋਂ ਇੱਕ ਕਮੈਂਟ ਆਪਣੇ ਸਰੋਤਿਆਂ ਦਰਸ਼ਕਾਂ ਨਾਲ ਸਾਂਝਾ ਕਰਦਾ। ਹਾਂਜੀ। ਉਹ ਕਮੈਂਟ ਤੁਹਾਨੂੰ ਦੱਸ ਦੂਗਾ ਕਿ ਤੀਰ ਕਿਵੇਂ ਵਾਪਸ ਬੱਖੀ 'ਚ ਵੱਜਿਆ। ਪੰਜਾਬ ਦਾ ਇੱਕ ਨੌਜਵਾਨ ਥੱਲੇ ਕਮੈਂਟ ਲਿਖਦਾ, ਇਹੀ ਗੱਲ ਤੁਹਾਡੇ ਤੇ ਲਾਗੂ ਹੁੰਦੀ ਹੈ ਮੁੱਖ ਮੰਤਰੀ ਜੀ। ਸੰਗਰੂਰ ਸ਼ਹਿਰ 'ਚ ਤੁਹਾਡੇ ਘਰ ਦੀਆਂ ਬਰੂਹਾਂ ਤੇ ਪਿਛਲੇ 115 ਦਿਨਾਂ ਤੋਂ ਕੰਪਿਊਟਰ ਅਧਿਆਪਕ ਬੈਠੇ ਸਨ ਜੀ। ਕੰਪਿਊਟਰ ਅਧਿਆਪਕ ਬੈਠੇ ਹਨ। ਸਾਡਾ ਇੱਕ ਸਾਥੀ ਜੋਨੀ ਸਿੰਗਲਾ ਮਰਨ ਵਰਤ ਵੀ ਸ਼ੁਰੂ ਕਰ ਚੁੱਕਾ ਹੈ। ਠੀਕ ਹੈ। ਜੋ ਸਵਾਲ ਤੁਸੀਂ ਮੋਦੀ ਸਰਕਾਰ ਨੂੰ ਕਰ ਰਹੇ ਹੋ, ਉਹੀ ਬੇਨਤੀ ਅਸੀਂ ਤੁਹਾਨੂੰ ਕਰਦੇ ਹਾਂ ਕਿ ਤੁਸੀਂ ਆਪਣਾ ਨਿੱਜੀ ਦਖਲ ਦੇ ਕੇ ਸਾਡਾ ਕੰਪਿਊਟਰ ਅਧਿਆਪਕਾਂ ਦਾ ਮਸਲਾ ਹੱਲ ਕਰਵਾਓਗੇ ਜੀ। ਸਿੱਖਿਆ ਵਿਭਾਗ 'ਚ ਮਰਜ ਕਰੋ। ਵਿਦ ਰਿਸਪੈਕਟ ਭਗਵੰਤ ਮਾਨ, MLA ਹਰਪਾਲ ਸਿੰਘ ਚੀਮਾ, ਹਰਜੋਤ ਸਿੰਘ ਬੈਂਸ। ਪ੍ਰਵੀਨ ਜੀ, ਜੇ ਮੋਦੀ ਲਈ 200 ਕਿਲੋਮੀਟਰ ਦੂਰ ਵਾਲੇ ਬਾਰਡਰ ਨਹੀਂ ਉਹਨੂੰ ਦਿਖਾਈ ਦਿੰਦੇ ਤੇ ਤੁਹਾਨੂੰ ਚੰਡੀਗੜ੍ਹ ਦੀ ਸਰਕਾਰੀ ਕੋਠੀ ਤੋਂ ਸੰਗਰੂਰ ਵਾਲੇ ਆਪਣੇ ਘਰ ਦੇ ਬਾਹਰਲੇ ਦਰਵਾਜ਼ੇ ਤੇ ਹੀ ਖੁੱਲੇ ਅਸਮਾਨ ਥੱਲੇ ਬੈਠੇ ਕੰਪਿਊਟਰ ਅਧਿਆਪਕ ਨਹੀਂ ਦਿਖਾਈ ਦਿੰਦੇ? ਇਹ ਕਿਹੜੇ ਕੰਪਿਊਟਰ ਅਧਿਆਪਕ ਨੇ ਜਿਨ੍ਹਾਂ ਦੇ ਧਰਨਿਆਂ 'ਚ ਤੁਸੀਂ ਜਾਂਦੇ ਸੀ, ਜਿਨ੍ਹਾਂ ਦੇ ਮਜ਼ਾਰੇ 'ਚ ਤੁਸੀਂ ਜਾਂਦੇ ਸੀ, ਜਿਨ੍ਹਾਂ ਦੀਆਂ ਰਜਾਈਆਂ 'ਚ ਪੈਂਦੇ ਸੀ? ਹੁਣ ਮੁਸਕ ਆ ਰਹੀ ਹੈ ਉਹਨਾਂ ਤੋਂ। ਸਹੀ ਬਿਲਕੁਲ। ਹੁਣ ਕਿਉਂ ਭਗੌੜੇ ਹੋ ਰਹੇ ਹੋ? ਤੁਸੀਂ ਇਹਨਾਂ ਨੇ ਦਾਅਵੇ ਵਾਅਦੇ ਕੀਤੇ ਹੋ ਤੇ ਤੁਹਾਡੀ ਬਦਲਾਅ ਵਾਲੀ ਸਰਕਾਰ ਲਿਆਉਣ 'ਚ ਇਹਨਾਂ ਨੇ ਵੀ ਵਿਚਾਰਿਆਂ ਨੇ ਯੋਗਦਾਨ ਪਾਇਆ। ਬਿਲਕੁਲ ਪਾਇਆ ਜੀ। ਤੇ ਹੁਣ ਤੁਸੀਂ ਇਹਨਾਂ ਕਨੀ ਰੁੱਖੇ ਨਹੀਂ ਕਰਦੇ। ਹੁਣ ਤੁਹਾਡੇ ਕੋਲ ਸਮਾਂ ਹੀ ਨਹੀਂਗਾ। ਤੁਸੀਂ ਆਪ ਇਹ ਫੁੱਲ ਵੰਡਦੇ ਹੋ, ਆਪ ਇਹ ਸਟਾ ਲੈਂਦੇ ਹੋ।
ਆਪ ਇਹ ਬਾਹਾਂ ਖੜੀਆਂ ਕਰਕੇ ਆਪਣੇ ਬੰਦਿਆਂ 'ਚ ਘੇਰਾ ਬਣਾ ਕੇ ਕਹਿੰਦੇ ਹੋ ਜੀ ਲਓ ਜੀ ਹੋ ਗਿਆ ਸਾਡਾ ਰੋਡ ਸ਼ੋਅ। ਵੈਸੇ ਉਹ ਸ਼ਹਿਰ ਬਾਜ਼ਾਰ ਬੰਦ ਹੁੰਦਾ ਜਿੱਥੇ ਤੁਸੀਂ ਜਾਂਦੇ ਹੋ, ਹੈਨਾ। ਤੁਸੀਂ ਇਸ਼ਤਿਹਾਰਾਂ 'ਚ ਕਹਿੰਦੇ ਹੋ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾ ਲਿਆ, ਹਕੀਕਤ ਦੇ ਵਿੱਚ ਉੱਥੇ ਤੁਸੀਂ MC ਖਰੀਦ ਰਹੇ ਹੋ ਤੇ ਤੁਸੀਂ ਮੋਦੀ ਸਰਕਾਰ ਨੂੰ 10 ਮਹੀਨਿਆਂ ਬਾਅਦ ਸਵਾਲ ਕਰਦੇ ਹੋ ਤੇ ਕਿਸਾਨੀ ਮਸਲੇ ਤੇ ਤੁਸੀਂ ਕੋਈ ਚਾਰਜ ਹੋਈ ਨਹੀਂ, ਤੁਸੀਂ ਕਿਤੇ ਨਜ਼ਰ ਨਹੀਂ ਆਏ ਧਰਾਤਲ ਤੇ। ਤੁਹਾਡੇ ਅਫਸਰ ਅਧਿਕਾਰੀ ਰੇਕੀ ਵੀ ਕਰੇ ਆਏ, ਤੁਹਾਡੇ DC ਵੀ ਰੇਕੀ ਕਰੇ ਆਏ, ਹੈਨਾ, ਫੋਟੋਆਂ ਵੀ ਖਿਚਾਏ ਆਏ ਤੁਹਾਡੇ MP, ਤੇ ਤੁਸੀਂ ਕਿੱਥੇ ਹੋ? ਤੁਸੀਂ 10 ਮਹੀਨਿਆਂ ਬਾਅਦ ਇੱਕ ਟਵੀਟ ਕਰਦੇ ਹੋ, ਮਸਲੇ ਟਵੀਟ ਰਾਹੀਂ ਹੱਲ ਹੋਣਗੇ। ਜੀ ਬਿਲਕੁਲ। ਸੋ ਇੰਜ ਟਵੀਟ ਨਾਲ ਰੰਗਲਾ ਪੰਜਾਬ ਨਹੀਂ ਬਣਨਾ ਜਨਾਬ। ਮਸਲੇ ਹੱਲ ਕਰਨਾ ਬਣਨਾ। ਤੁਹਾਨੂੰ ਯੂਥ ਫੈਸਟੀਵਲਾਂ ਚੋਂ, ਸਟੇਜਾਂ ਤੋਂ ਆਪਣੇ ਮਿੱਤਰਾਂ ਨਾਲ ਮਿਲ ਕੇ ਗੀਤ ਗਾਉਣ ਤੋਂ ਇਲਾਵਾ, ਚੁਟਕਲੇ ਸੁਣਾਉਣ ਤੋਂ ਇਲਾਵਾ ਵਕਤ ਨਹੀਂ ਹੈ। ਸੋ ਜਿਹੜਾ ਤੀਰ ਤੁਸੀਂ ਮੋਦੀ ਸਰਕਾਰ ਕਰਨੀ ਛੱਡ ਰਹੇ ਹੋ, ਉਹਦੇ ਨਾਲ ਉਹ ਪਤਾ ਨਹੀਂ ਬਿੰਨੇ ਗਏ ਕਿ ਨਹੀਂ ਬਿੰਨੇ ਗਏ, ਕਿਉਂਕਿ ਕਿਸਾਨੀ ਅੰਦੋਲਨ ਤਾਂ ਚੱਲ ਰਿਹਾ, ਉਹ ਤਾਂ ਕੇਂਦਰ ਨੂੰ ਘੇਰ ਰਿਹਾ, ਉਹਦੀ ਘੇਰੀਬੰਦੀ ਜਾਰੀ ਹੈ ਔਰ ਕੇਂਦਰ ਨੇ ਹਮਲਾ ਵੀ ਕਰਤਾ। ਤੁਸੀਂ ਇਸ ਟਵੀਟ ਦੇ ਵਿੱਚ ਉਸ ਪਾਲਿਸੀ ਦਾ ਜ਼ਿਕਰ ਤੱਕ ਨਹੀਂ ਕਰ ਰਹੇ। ਤੁਸੀਂ ਕਿਸੇ ਜਨਤਕ ਤੌਰ ਤੇ ਅਜੇ ਤੱਕ ਉਸ ਪਾਲਿਸੀ ਤੇ ਇੱਕ ਮੂੰਹ ਨਹੀਂ ਖੋਲਿਆ, ਇੱਕ ਅੱਖਰ ਨਹੀਂ ਬੋਲਿਆ ਕਿ ਹਾਂ ਵੀ ਸਾਡੇ ਹੱਕ ਦੇ ਡੱਕ ਹੈ। ਖੇਤੀ ਮੰਤਰੀ ਤੋਂ ਕਹਾ ਤਾਂ ਮਾੜਾ ਜਾ, ਉਹਦੇ ਕਹੇ ਦਾ ਕਿੰਨਾ ਕਸਰ ਮੰਨਦੇ ਅਗਲੇ। ਚਲੋ ਮੈਂ ਕਹਿੰਦਾ ਤੁਸੀਂ ਮਸਲਾ ਹੱਲ ਕਰਾਉਣਾ ਹੋਵੇ, ਉਸ ਬੈਠਕਾਂ ਤੋਂ ਬਾਅਦ ਤੁਸੀਂ ਕਿੰਨਾ ਕੁ ਖੇਤੀਬਾੜੀ ਮੰਤਰੀ ਨੂੰ ਫੋਨ ਕਰ ਲਿਆ ਜੀ, ਕਿੰਨਾ ਕੁ ਕੇਂਦਰੀ ਖੇਤੀਬਾੜੀ ਮੰਤਰੀ ਕੋਲ ਜਾਇਆ ਹੈ ਜੀ, ਕਿੰਨਾ ਕੁ ਅਮਿਤ ਸ਼ਾਹ ਜਿਹੜਾ ਤੁਹਾਡਾ ਯਾਰਾਨਾ ਪੁਰਾਣਾ ਜਾਣ ਪਹਿਚਾਣ ਹੈ ਉਹਦੇ ਰਾਹੀਂ ਪਹੁੰਚ ਕਰ ਲਈ ਜੀ। ਮੈਂ ਕਹਿੰਦਾ ਬਿੱਟੂ ਤੁਹਾਡਾ ਮਿੱਤਰ ਹੈ, ਉਹਦੇ ਰਾਹੀਂ ਲੈ ਜਾਂਦੇ, ਜਾਏ ਆਉਂਦੇ ਗ੍ਰਹਿ ਮੰਤਰੀ ਜੀ ਕੋਲ। ਉਹ ਵੀ ਚੌਪਰ ਤੁਹਾਡਾ ਉੜਦਾ ਹੀ ਆ ਨਾ ਦਿੱਲੀ ਨੂੰ, ਤੇ ਪ੍ਰਧਾਨ ਮੰਤਰੀ ਜੀ ਦੇ ਘਰ ਮੂਹਰੇ ਜਾ ਕੇ ਧਰਨਾ ਲਾ ਲਓ। ਮੁੱਖ ਮੰਤਰੀ ਜਿਹਦੇ ਕੋਲ ਤਾਕਤ ਹਰਾ ਪੈਨ ਪੰਜਾਬ ਨੇ ਦਿੱਤਾ, ਉਹ ਟਵੀਟ ਤੇ ਮਸਲੇ ਹੱਲ ਕਰਾ ਰਿਹਾ। ਕਮਾਲ ਹੈ ਵੀ, ਉਹ ਵੀ 10-10 ਮਹੀਨਿਆਂ ਬਾਅਦ ਉਹਦਾ ਮੂੰਹ ਖੁੱਲਦਾ ਮਾੜਾ ਜੀ ਗੱਲ ਤੇ ਆਪਣੇ ਘਰ ਮੂਹਰੇ ਬੈਠੇ ਪੰਜਾਬ ਦੇ ਹੀ ਜਵਾਕ ਨਹੀਂ ਤੁਹਾਨੂੰ ਦਿਖਦੇ। ਸੋ ਇਹ ਦੋਹਰਾ ਨਜ਼ਰੀਆ ਨਹੀਂ ਚੱਲਣਾ ਜਨਾਬ। ਇੰਨੇ ਭੋਲੇ, ਇੰਨੇ ਅਣਜਾਣ, ਇੰਨੇ ਸਦਾਈ ਨਾ ਸਮਝੋ ਪੰਜਾਬ ਦੇ ਵੋਟ ਪਾਸੀਆਂ। ਬਿਲਕੁਲ ਜੀ। ਤੁਹਾਨੂੰ ਯਾਦ ਹੋਣਾ ਜਦੋਂ ਪਹਿਲਾਂ ਅੰਦੋਲਨ ਲੜਿਆ ਜਾ ਰਿਹਾ ਸੀ, ਉਦੋਂ ਤੇ ਇਹਨਾਂ ਨੇ ਰਾਜ ਸਭਾ ਮੈਂਬਰ ਜਿਹੜੇ ਸੰਜੇ ਸਿੰਘ ਹੈ, ਉਹਨਾਂ ਨੇ ਮੋਦੀ ਸਾਹਿਬ ਦੇ ਕੋਲੇ ਜਾ ਕੇ ਕਿਸਾਨ ਪ੍ਰੋਟੈਸਟ ਦੀ ਗੱਲ ਕੀਤੀ ਸੀਗੀ ਕਿ ਕਿਸਾਨ ਧਰਨਾ ਦੇ ਰਹੇ ਨੇ। ਹੁਣ ਤਾਂ ਤੁਸੀਂ ਮੁੱਖ ਮੰਤਰੀ, ਹੁਣ ਤੁਸੀਂ ਕੇਜਰੀਵਾਲ ਸਾਹਿਬ ਦਿੱਲੀ ਉੱਥੇ ਧਰਨੇ ਦੇ ਬਾਹਰ ਬਾਰ-ਬਾਰ ਆਉਂਦੇ ਸੀ। ਇਹਨਾਂ ਦੇ ਲੀਡਰ ਸਾਰੇ ਉੱਥੇ ਹੀ ਵਿਚਰਦੇ ਸੀ, ਉੱਥੋਂ ਹੀ ਜੰਮੇ ਨੇ। ਇਹ ਇਸੇ ਅੰਦੋਲਨ ਦੀ ਦੇਣ ਨੇ ਇਹ ਸਰਕਾਰ। ਉਹ ਰਵਾਇਤੀ ਪਾਰਟੀਆਂ ਧੋਵੋ ਦਾ ਨਾਰਾ ਇਹਨਾਂ ਲਈ ਫਾਇਦੇਮੰਦ ਰਿਹਾ। ਬਿਲਕੁਲ। ਤੇ ਉਹ ਤੁਸੀਂ ਉਸੇ ਅੰਦੋਲਨ ਕਨੀ ਰੁਖ ਵੀ ਨਹੀਂ ਕਰਦੇ। ਉੱਥੇ ਜਾ ਕੇ ਕਵਿਤਾਵਾਂ ਬੋਲਦੇ ਹੁੰਦੇ ਸੀ, ਤੇ ਅੱਜ ਤਾਂ ਤੁਹਾਨੂੰ ਮੁੱਖ ਮੰਤਰੀ, ਅੱਜ ਤਾਂ ਦਿੱਲੀ ਜੇ ਪਹਿਲਾਂ 4 ਘੰਟੇ ਲੱਗਦੇ ਸੀ, ਹੁਣ ਤਾਂ 2 ਹੀ ਲੱਗਣੇ ਨੇ। ਹੁਣ ਤਾਂ ਤੁਹਾਨੂੰ ਬਹੁਤ ਤਗੜੀ ਸਕਾਟ ਮਿਲਦੀ ਹੈ, ਬਹੁਤ ਪਾਇਲਟ ਜਿਪਸੀਆਂ ਤੁਹਾਡੇ ਅੱਗੇ ਪਿੱਛੇ ਚੱਲਦੀਆਂ ਨੇ। ਦੂਜੀ ਜਿਹੜੀ ਜਨਾਬ ਚੌਪਰ ਤੇ ਜਾਂਦੇ ਨੇ। ਹਾਂਜੀ ਚੌਪਰ ਤੇ ਜਾਂਦੇ ਨੇ, ਬਿਲਕੁਲ। ਹੁਣ ਤਾਂ ਉਹਦੀ ਵੀ ਨਹੀਂ ਲੋੜ, 20 ਮਿੰਟ ਲੱਗਦੇ ਆ। ਦੂਜੀ ਗੱਲ ਜਿਹੜੀ ਸ਼ਰਮਾ ਜੀ, ਉਹ ਇਹ ਕਿ ਉੱਥੇ ਤੁਸੀਂ ਕਹਿ ਰਹੇ ਹੋ ਕਿ ਜੀ ਆਹ ਕਰ ਦਿਓ, ਇੱਥੇ ਪੈਲਟ ਗਨ ਵਰਤ ਰਹੇ ਨੇ, ਉਹ ਅਥਰੂ ਗੈਸ ਦੇ ਗੋਲੇ ਸਿੱਟ ਰਹੇ ਨੇ ਤੁਹਾਡੀ ਟੈਰੀਟਰੀ ਦੇ ਵਿੱਚ, ਜਿੱਥੋਂ ਦੇ ਤੁਸੀਂ ਮੁੱਖ ਮੰਤਰੀ ਹੋ। ਕਿ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਉਹਦੀਆਂ ਜਦੋਂ ਕਿਤੇ ਰਾਜਪਾਲ ਨਾਲ ਆਡਾ ਲੱਗਦਾ, ਉਹ ਲੋਕਾਂ ਦੀ ਕੋਈ ਗੱਲ ਨਹੀਂ ਕਰਨੀ। ਇਹ ਸਿਲੈਕਟਡ ਨੇ, ਕਿ ਇਲੈਕਟਡ ਨੇ, ਆਪ ਹੀ ਕਹਿੰਦੇ ਸੀ। ਬਿਲਕੁਲ ਜੀ। ਪੰਜਾਬ ਨੇ ਤਾਂ ਤੁਹਾਨੂੰ ਇਲੈਕਟ ਕੀਤਾ MLA ਵਜੋਂ, ਮੁੱਖ ਮੰਤਰੀ ਵਜੋਂ ਤੁਹਾਨੂੰ ਕੇਜਰੀਵਾਲ ਨੇ ਸਿਲੈਕਟ ਕੀਤਾ, ਇਸ ਲਈ ਮੁੱਖ ਮੰਤਰੀ ਉਹਦਾ ਹੀ ਬਣ ਕੇ ਰਹੋਗੇ। ਉਹਦੇ ਕਹੇ ਚੱਲੋਗੇ, ਪੰਜਾਬ ਦੇ ਕਹੇ ਤੇ ਨਹੀਂ ਚੱਲਣਾ। ਬਿਲਕੁਲ ਜੀ, ਬਿਲਕੁਲ। ਹੁਣ ਅਗਲੀ ਗੱਲ ਕਰੀਏ ਇਹਨਾਂ ਦੀ, ਕੋਈ ਕਹਿੰਦੇ 1.5 ਮਹੀਨੇ ਲਈ ਪੰਜਾਬ ਨੂੰ ਛੱਡ ਕੇ ਚੱਲੇ ਨੇ ਦਿੱਲੀ, ਕਿਉਂਕਿ ਇਲੈਕਸ਼ਨ ਨੇ, ਪਰ ਪੰਜਾਬ ਸਰਕਾਰ ਪੰਜਾਬ ਨੂੰ ਹੀ ਲਵਾਰਸ ਛੱਡ ਕੇ ਚੱਲੀ ਹੈ 1.5 ਮਹੀਨੇ। ਪ੍ਰਵੀਨ ਜੀ, ਕੱਲ ਦਿੱਲੀ ਦੇ ਵਿੱਚ ਇੱਕ ਬੈਠਕ ਸੀ, ਬਕਾਇਦਾ ਇੱਕ ਮਤਲਬ ਜਿਹੜਾ ਥੀਏਟਰ ਵਰਗਾ ਹਾਲ ਹੁੰਦਾ, ਉਹਦੇ ਵਿੱਚ ਪੰਜਾਬ ਦੇ ਸਾਰੇ ਲੀਡਰ ਬਿਠਾਏ ਸੀ। ਤੇ ਸੰਦੀਪ ਪਾਠਕ ਜੀ ਮੰਚ ਤੋਂ ਸੰਬੋਧਨ ਕਰ ਰਹੇ ਸੀ। ਪੰਜਾਬੀ ਆ ਗਏ ਹੋਏ ਦਿੱਲੀ ਵਾਲੇ, ਹੁਣ ਦੇਖਿਓ। ਉਹ ਕਹਿ ਰਿਹਾ ਸੀਗਾ ਜੀ, ਇਹ BJP ਵਾਲੇ ਕਹਿੰਦੇ ਨੇ ਸਾਡੇ ਕੋਲ ਇੰਨੇ ਵਰਕਰ ਨੇ। ਮੈਂ ਕਿਹਾ ਸਾਡਾ ਪੰਜਾਬ ਵਾਲਾ ਇੱਕ ਬੰਦਾ 100 ਤੇ ਭਾਰੂ ਪਊਗਾ। ਪੂਰੀ ਫੂਕ ਛਕਾਈ ਗਈ ਇਹਨਾਂ MLA ਨੂੰ, ਇਹਨਾਂ ਲੀਡਰਾਂ ਨੂੰ। ਪੰਜਾਬ ਦੇ ਆਮ ਆਦਮੀ ਪਾਰਟੀ ਦੇ MLA ਦਿੱਲੀ ਬੁਲਾਏ, ਸੰਦੀਪ ਪਾਠਕ ਔਰ ਕੇਜਰੀਵਾਲ ਨੇ ਉਹਨਾਂ ਨਾਲ ਮੀਟਿੰਗ ਕੀਤੀ। ਮੀਟਿੰਗ ਨਹੀਂ ਕੀਤੀ, ਮਤਲਬ ਇੱਕ ਪਾਸੜ ਸੀ, ਹੁਕਮ ਸੁਣਾਏ। ਉਹਨਾਂ ਨੂੰ ਡਿਊਟੀ ਲਾਈ ਕਿ ਮਹੱਲੇ ਜਾਣਾ ਹੈ, ਗਲੀ ਘੁੰਮਣਾ ਹੈ, ਬੂਹਾ ਖੜਕਾਉਣਾ ਹੈ, ਤੇ ਮੇਰੇ ਨਾਮ ਵਾਲਾ ਪੋਸਟਰ ਉਹਨਾਂ ਨੂੰ ਫੜਾਉਣਾ। ਤੁਹਾਨੂੰ ਕੋਈ ਜਾਣੇ ਉਰੇ ਨਾ ਪਛਾਣੇ, ਕੋਈ ਮਤਲਬ ਨਹੀਂ, ਠੀਕ ਹੈ ਨਾ। ਆਪਣੇ ਪਜਾਮੇ ਦੀਆਂ ਮੋਹਰੀਆਂ ਚੜਾਓ ਤੇ ਦਿੱਲੀ ਦੀਆਂ ਗੰਦੀਆਂ ਗਲੀਆਂ ਗਾਓ, ਕਿਉਂਕਿ ਕੇਜਰੀਵਾਲ ਜੀ ਨੂੰ ਜਿਤਾਉਣਾ। ਤੇ ਇਹ ਇਸ ਲਈ ਤਰਲੋ ਮੱਛੀ ਨੇ ਕਿ ਅਜੇ
ਊਂਠ ਦਾ ਬੁੱਲ ਲਟਕਦਾ ਹੈ, 2 ਸੀਟਾਂ 2 ਪੋਸਟਾਂ ਜੇ ਖਾਲੀ ਨੇ ਮੰਤਰੀ ਵਾਲੀਆਂ, ਜੀ ਕਿ ਸ਼ਾਇਦ ਜਾਂਦੀ ਵਾਰੀ ਸਾਨੂੰ ਵੀ ਕਿਸੇ ਨੂੰ ਮੰਤਰੀ ਬਣਾ ਦੇਣ। ਤੇ ਦੂਜਾ ਫਿਕਰ ਇਹਨਾਂ ਨੂੰ ਦਿੱਲੀ ਦੀਆਂ ਚੋਣ ਜਿਹੜੀਆਂ ਟਿਕਟਾਂ ਦੀ ਵੰਡ ਆ ਉਹ ਤੋਂ ਵੀ ਹੈ ਕਿ ਦਿੱਲੀ ਦੇ ਵਿੱਚ ਅੱਧ ਤੋਂ ਵੱਧ MLA ਅੜਾਤੇ, ਇਸ ਲਈ ਸਾਡੀ ਟਿਕਟ ਪੱਕੀ ਹੋ ਜਾਵੇ, ਅਸੀਂ ਕੇਜਰੀਵਾਲ ਜੀ ਦੀ ਵੱਧ ਜ਼ੋਰ ਮਾਰ ਰਹੀ ਹੈ ਦਿੱਲੀ। ਸੋ ਇਹ ਆਪਣੀਆਂ ਟਿਕਟਾਂ ਪੱਕੀਆਂ ਕਰਨ ਜਾ ਰਹੇ। ਮੈਨੂੰ ਦੱਸੋ ਕਿ ਤੁਹਾਨੂੰ ਚੁਣਿਆ ਪੰਜਾਬ ਨੇ, ਪੰਜਾਬ ਦੇ ਲਈ ਚੁਣਿਆ, ਪੰਜਾਬ ਦੇ ਕਿਸੇ ਮਸਲੇ ਤੇ ਤੁਸੀਂ ਬੋਲਦੇ ਨਹੀਂ, ਕਿਸੇ ਮਸਲੇ ਤੁਹਾਡਾ ਮੂੰਹ ਨਹੀਂ ਖੁੱਲਦਾ। ਹੁਣ ਤਾਂ 92 ਦੀ ਬਜਾਏ ਵੀ 93 ਹੋ ਗਏ, ਹੈ ਨਾ। ਉਸ ਦੇ ਬਾਵਜੂਦ ਤੁਸੀਂ ਕਿਤੇ ਬਿਨਾਂ ਪੁੱਛੇ ਜਾ ਨਹੀਂ ਸਕਦੇ, ਆਪਣੇ ਮੁੱਖ ਮੰਤਰੀ ਦੀ ਖਬਰ ਲੈਣ ਨਹੀਂ ਜਾ ਸਕਦੇ, ਪੰਜਾਬ ਦੀ ਖਬਰ ਤੁਸੀਂ ਕੀ ਲੈਣੀ ਹੈ। ਤੇ ਪਰ ਹੁਣ ਕੇਜਰੀਵਾਲ ਜੀ ਦਾ ਹੁਕਮ ਆਇਆ ਤੇ ਤੁਸੀਂ ਦਿੱਲੀ ਬੈਠੇ। ਸੋ ਪੰਜਾਬ ਸਰਕਾਰ, ਪੰਜਾਬ ਦੀ ਆਮ ਆਦਮੀ ਪਾਰਟੀ, ਪੰਜਾਬ ਦੇ ਆਮ ਆਦਮੀ ਪਾਰਟੀ ਦੇ 93 MLA, ਇਹਨਾਂ ਦੇ ਬਾਕੀ ਚੇਅਰਮੈਨ, ਜ਼ਿਲ੍ਹਾ ਪ੍ਰਧਾਨ, ਉਹਨਾਂ ਸਾਰਿਆਂ ਨੂੰ ਡਿਊਟੀਆਂ ਵੰਡ ਦਿੱਤੀਆਂ ਗਈਆਂ। ਦਿੱਲੀ ਦੇ ਵਿੱਚ ਏਰੀਆ ਦੇ ਦਿੱਤਾ ਗਿਆ, ਵਾਰਡ ਤਹਿਤ ਉਹਨਾਂ ਨੂੰ ਏਰੀਏ ਵੰਡੇ ਗਏ ਨੇ। ਇੱਕ ਵਾਰਡ ਦੇ ਵਿੱਚ ਇੰਨੇ ਨੇ ਬੂਥ ਨੇ ਜੀ, ਇੰਨੀਆਂ ਵੋਟਾਂ ਨੇ ਜੀ, ਆਹ ਲਿਸਟਾਂ ਨੇ ਜੀ, ਤੁਸੀਂ ਜ਼ਿੰਮੇਵਾਰ ਹੋਗੇ, ਤੁਹਾਨੂੰ ਅੱਗੇ ਨਾਲ ਆਪਣੇ ਵਰਕਰ ਬੁਲਾਓ, ਆਪਣਾ ਪੈਸਾ ਲਾਓ। ਸੰਦੀਪ ਪਾਠਕ ਦਾ ਇਹ ਸ਼ਬਦ ਕਿ ਜਦੋਂ ਵੀ ਆਮ ਆਦਮੀ ਪਾਰਟੀ ਨੂੰ ਦਿੱਲੀ 'ਚ ਕਿਸੇ ਚੀਜ਼ ਦੀ ਲੋੜ ਪੈਂਦੀ ਹੈ, ਅਸੀਂ ਪੰਜਾਬ ਕੰਨੀ ਦੇਖਦੇ ਆ। ਇਹ ਆਪਣੇ ਆਪ ਸਪਸ਼ਟ ਕਰਦਾ ਕਿ ਜਿਹੜਾ ਝਾੜੂ ਪੰਜਾਬ ਵਾਲਿਆਂ ਨੇ ਸੋਚਿਆ ਸੀ ਕਿ ਭ੍ਰਿਸ਼ਟਾਚਾਰ ਦਾ ਕੂੜਾ ਹੁੰਝੂਗਾ, ਉਹ ਪੰਜਾਬ ਦੀ ਕਮਾਈ ਹੁੰਝ ਕੇ ਕਿੱਥੇ ਲਿਜਾ ਰਿਹਾ, ਸੋਚਣ ਦੀ ਲੋੜ। ਸਹੀ ਬਿਲਕੁਲ ਸਹੀ। ਸੋ ਇਹ ਜੀ 1.5 ਮਹੀਨੇ ਲਈ ਹੁਣ ਪੰਜਾਬ ਨੂੰ, ਜਨਵਰੀ ਮਹੀਨਾ ਪੂਰਾ ਤੇ ਫਰਵਰੀ ਜਦ ਤੱਕ ਵੋਟਾਂ ਨਹੀਂ ਪੈਂਦੀਆਂ, ਹੈ ਨਾ, ਉਦੋਂ ਤੱਕ ਪੰਜਾਬ ਦੁਆ। ਵੈਸੇ ਤਾਂ ਜਿੱਦਾਂ ਮਤਲਬ ਕਿ ਪੰਜਾਬ ਦੀ ਕਿਸਮਤ ਅਜਿਹੀ ਹੈ ਕਿ ਜਿਹਨੂੰ ਮਰਜ਼ੀ ਅਸੀਂ ਚੁਣ ਲਈ ਉਹ ਦਿੱਲੀ ਦਾ ਬਣ ਜਾਂਦਾ ਤੇ ਪੰਜਾਬ ਨੂੰ ਲਵਾਰਸ ਛੱਡ ਦਿੰਦਾ। ਪਰ ਇੱਥੇ 1.5 ਮਹੀਨੇ ਲਈ ਉਹ ਗੱਦੀ ਛੱਡ ਕੇ ਹੀ ਪੱਕੀ ਉਤਰ ਪਏ ਕਿ ਹਾਂ ਚਲੋ ਜੀ ਦਿੱਲੀ ਚੱਲੀਏ। ਸੋ ਇਹਨਾਂ ਦੀ ਪ੍ਰਾਇੋਰਟੀ ਕੀ ਹੈ, ਇਹਨਾਂ ਦਾ ਮਕਸਦ ਕੀ ਹੈ, ਉਹ ਸਪਸ਼ਟ ਝਲਕਾਉਂਦਾ। ਤੇ ਕੇਜਰੀਵਾਲ ਜੀ ਲਈ ਇਹ ਟੂਲ ਨੇ, ਉਹਨਾਂ ਨੂੰ ਉਹ ਵਰਤ ਰਹੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਪੰਥਕ ਰਾਜਨੀਤੀ ਦੀ। SGPC ਦੀ ਮੀਟਿੰਗ ਤੇ ਉਸ ਤੋਂ ਬਾਅਦ ਧਾਮੀ ਸਾਹਿਬ ਨਾਰਾਜ਼ ਹੋਏ ਤੇ ਉਸ ਤੋਂ ਬਾਅਦ ਉਹਨਾਂ ਦੇ ਅਸਤੀਫੇ ਦੀ ਚਰਚਾ, ਇਹਦੇ ਬਾਰੇ ਆਪਾਂ ਬੜੀ ਡਿਟੇਲ ਦੇ ਨਾਲ ਗੱਲਬਾਤ ਕੀਤੀ ਸੀ ਲੰਘੇ ਪ੍ਰੋਗਰਾਮ ਦੇ ਵਿੱਚ। ਰੁੱਸੇ ਧਾਮੀ ਨੂੰ ਕੀ ਮਨਾ ਲਿਆ ਸੁਖਬੀਰ ਨੇ, ਕਿਉਂਕਿ ਸੁਣਨ ਦੇ ਵਿੱਚ ਇਹ ਆ ਰਿਹਾ ਖਬਰਾਂ ਦੇ ਮੁਤਾਬਕ 30 ਤਰੀਕ ਨੂੰ, ਆਉਂਦੀ 30 ਤਰੀਕ ਨੂੰ, ਜਿਹਦੇ ਵਿੱਚ ਕੁਛ ਹੀ ਦਿਨ ਬਚੇ ਨੇ, SGPC ਨੇ ਮੀਟਿੰਗ ਸੱਦ ਲਈ ਹੈ। ਪ੍ਰਵੀਨ ਜੀ, ਜਿਸ ਦਿਨ ਦਾ ਇਹ ਮਸਲਾ ਹੋਇਆ, ਹਾਂਜੀ, ਜਿਸ ਦਿਨ ਦਾ 2 ਦਸੰਬਰ ਨੂੰ ਫੈਸਲਾ ਸੁਣਾਇਆ, ਉਸ ਦਿਨ ਤੋਂ ਬਾਅਦ ਹੀ ਸ਼੍ਰੋਮਣੀ ਕਮੇਟੀ ਉਖੜੀ ਹੈ ਜੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖਾਸੇ ਤਣਾਅ 'ਚ ਨੇ, ਆਪਾਂ ਉਹਦੀ ਗੱਲ ਪਹਿਲਾਂ ਵੀ 2-3 ਵਾਰ ਕਰ ਚੁੱਕੇ ਹਾਂ। ਬਿਲਕੁਲ, ਇੱਕ ਪਾਸੇ ਉਹ ਜਵਾਬਦੇਹ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ, ਸਿੰਘ ਸਾਹਿਬਾਨ ਨੂੰ, ਕਿਉਂਕਿ ਉਹਨਾਂ ਨੇ ਸਾਰਾ ਕੰਮ ਇਹਨਾਂ ਦੀ ਟੀਮ ਰਾਹੀਂ ਹੀ ਲੈਣਾ। ਦੂਸਰੇ ਪਾਸੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਹੋਰਾਂ ਨੂੰ ਸਿਧਾਂਤਵਾਦੀ ਵੀ, ਸੱਚ ਦੀ ਚਾਰਜੋਈ ਕਰਦਿਆਂ ਵੀ, ਹੈ ਨਾ, ਵਿਚਰਦਿਆਂ ਸਮਾਜਿਕ ਤੌਰ ਤੇ ਸਹੀ ਰੂਪ ਰੰਗ ਪੱਖੋਂ ਵੀ ਦੇਖਿਆ ਜਾਂਦਾ ਸੀ। ਪਰ ਉਹ ਪ੍ਰਧਾਨਗੀ ਬਚਾਉਣ ਦੇ ਚੱਕਰ 'ਚ ਸੁਖਬੀਰ ਬਾਦਲ ਦੇ ਦਬਾਅ ਹੇਠ ਆ ਗਏ। ਕੀ ਉਹਨਾਂ ਦੀ ਨੇੜਤਾ ਸੁਖਬੀਰ ਬਾਦਲ ਨਾਲ ਇੰਨੀ ਬਣ ਗਈ ਕਿ ਉਹਨਾਂ ਨੂੰ ਉਹਦੀਆਂ ਗਲਤੀਆਂ ਵੀ ਠੀਕ ਲੱਗਣ ਲੱਗ ਪਈਆਂ, ਉਹਨਾਂ ਦੇ ਗਲਤ ਫੈਸਲਿਆਂ ਵੀ ਮਨਜ਼ੂਰ ਕਰਨ ਲੱਗ ਪਏ। ਆਖਰ ਪੜਾਅ ਦਰ ਪੜਾਅ ਪ੍ਰਕਿਰਿਆ ਅਗਾਂਹ ਵੱਧਦੀ ਰਹੀ। ਜੀ ਬਿਲਕੁਲ। ਨਰਾਇਣ ਸਿੰਘ ਚੌੜਾ ਵਾਲੀ ਘਟਨਾ ਜਿਹੜੀ 4 ਦਸੰਬਰ ਨੂੰ ਵਾਪਰੀ, ਉਸ ਦਿਨ ਜੇਕਰ ਸੁਖਬੀਰ ਬਾਦਲ ਇਹ ਕਹਿ ਦਿੰਦੇ ਕਿ ਮੈਂ ਗੁਰੂ ਰਾਮਦਾਸ ਦੇ ਘਰ ਸੇਵਕ ਬਣ ਕੇ ਬੈਠਾ, ਮੇਰੀ ਰੱਖਿਆ ਉਹਨੇ ਕੀਤੀ ਹੈ, ਤੇ ਸੇਵਕ ਨੂੰ ਸਜ਼ਾ ਸੁਣਾਉਣ ਦਾ ਹੁਕਮ ਥੋੜਾ, ਮੈਂ ਕੌਣ ਹੁੰਦਾ ਇਹਨੂੰ ਸਜ਼ਾ ਦੇਣ ਵਾਲਾ, ਪਰਮਾਤਮਾ ਆਪੇ ਦੇਖੂਗਾ। ਤੇ ਦੁਨਿਆਵੀ ਅਦਾਲਤ 'ਚ, ਪੁਲਿਸ ਥਾਣੇ 'ਚ ਉਹਦਾ ਮਸਲਾ ਚੱਲੀ ਜਾਣਾ ਸੀ। ਤੇ ਆਮ ਲੋਕਾਂ ਨੇ ਨਿੰਦਾ ਕੀਤੀ ਸੀ ਕਿ ਇਹ ਸਥਾਨ ਇਹ ਸਹੀ ਨਹੀਂ, ਵੈਸੇ ਵੀ ਕਿਸੇ ਤੇ ਏਦਾਂ ਹਮਲਾ ਕਰਨਾ ਸਹੀ ਨਹੀਂ ਗਾ। ਸੋ ਇਸ ਲਈ ਉਹ ਪ੍ਰਕਿਰਿਆ ਚੱਲਣੀ ਸੀ। ਪਰ ਤੁਸੀਂ ਪਾਓ ਜੀ ਮਤੇ, ਭੇਜੋ ਜੀ ਜਥੇਦਾਰ ਨੂੰ ਕਿ ਇਹਨੂੰ ਪੰਥ ਚੋਂ ਛੇਕੋ ਜੀ, ਹੈ ਨਾ, ਤੇ ਉਹਦੀਆਂ ਵੀਡੀਓ ਕੱਢੋ ਜੀ ਕਿ ਇਹ ਆਹ ਮਿਲ ਰਿਹਾ ਜੀ ਇਹਨਾਂ ਸਾਰਿਆਂ ਨੂੰ। ਉਹ ਸਾਰੇ ਦੇ ਵਿੱਚ ਸਵਾਲ ਇੱਥੇ ਵੱਡਾ ਹੋ ਗਿਆ ਕਿ ਜੇਕਰ ਕੋਈ ਮਸਲਾ ਹੋਵੇ ਵੀ ਤਾਂ ਉਹਦੀ ਤਖਤ ਸਾਹਿਬਾਨ ਕੋਲ ਸ਼ਿਕਾਇਤ ਕਰਨੀ ਹੁੰਦੀ ਹੈ ਉਸ ਘਟਨਾ ਦੀ, ਫੈਸਲਾ ਥੋੜਾ ਸੁਣਾਉਣਾ ਹੁੰਦਾ। ਤੁਸੀਂ ਤਾਂ ਫੈਸਲਾ ਸੁਣਾ ਰਹੇ ਸੀ ਕਿ ਜਥੇਦਾਰ ਜੀ ਇਹਨੂੰ ਛੇਕੋ ਜੀ। ਤੋ ਉਸ ਨੇ ਲੋਕਾਂ ਨੂੰ ਤੁਹਾਤੋਂ ਫਿਰ ਜਿਹੜੇ ਨੇੜੇ ਆ ਰਹੇ ਸੀ ਦੂਰ ਕਰਤਾ, ਤੁਹਾਡੀ ਉਸ ਪ੍ਰਕਿਰਿਆ ਤੋਂ ਦੂਰ ਕਰਤਾ। ਉਸ ਤੋਂ ਬਾਅਦ ਤੁਸੀਂ ਗਲਤੀ ਦਰ ਗਲਤੀ ਕਰਦੇ ਗਏ, ਅਸਤੀਫਿਆਂ ਤੋਂ ਭੱਜੇ, 92 ਲੱਖ ਵਾਲਾ ਅਜੇ ਤੱਕ ਹਿਸਾਬ ਨਹੀਂ, ਕੀ ਕਰਨਾ ਕੀ ਨਹੀਂ, ਕਿੰਨੇ ਜਮ੍ਹਾਂ ਕਰਾਏ ਕਿੰਨੇ ਨਹੀਂ ਕਰਾਏ, ਹੈ ਨਾ, ਉਹ ਸਾਰੇ, ਨਾ ਚਿੱਠੀ ਜਾਰੀ ਹੋਈ, ਨਾ ਮੁੜ ਕੇ ਜਥੇਦਾਰ ਬੁਲਾਏ, ਸੋ ਘਿਰਦੇ ਗਏ ਜੀ। ਉਹ ਇਹ ਸਾਰੇ ਘਿਰਦੀ ਪ੍ਰਕਿਰਿਆ ਦੇ ਵਿੱਚ ਕਹਿੰਦੇ ਐਡਵੋਕੇਟ ਹਰਿੰਦਰ ਸਿੰਘ ਧਾਮੀ ਮਨੋ ਇਸ ਗੱਲ ਲਈ ਸਹਿਮਤ ਨਹੀਂ ਸੀ ਕਿ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਵਾਲੀ ਇੱਕ ਮਤਾ ਪਾ ਕੇ ਜਥੇਦਾਰ ਸਾਹਿਬ ਕੋਲ ਭੇਜਿਆ ਜਾਵੇ। ਇਹ ਸੌਖੇ ਸੀ। ਫਿਰ ਉਹ
ਗਿਆਨੀ ਹਰਪ੍ਰੀਤ ਸਿੰਘ ਖਿਲਾਫ ਇਹ ਕਾਰਵਾਈ ਕਰਨ ਲਈ ਵੀ ਤਿਆਰ ਨਹੀਂ ਸੀ। ਠੀਕ ਹੈ। ਪਰ ਉਸ ਦਿਨ ਕਮੇਟੀ ਜਿਹੜੀ ਬੈਠੀ ਉਹ ਤਾਂ ਤੈਅ ਕਰਕੇ ਬੈਠੀ ਕਿ ਅਸਾਂ ਕੱਢਣਾ ਹੈ ਗਿਆਨੀ ਹਰਪ੍ਰੀਤ ਸਿੰਘ। ਤੇ ਹੁਣ 2 ਮੈਂਬਰ ਅੜੇ ਜਾਂ ਧਾਮੀ ਹੋਰਾਂ ਦੀ ਇਹ ਪ੍ਰਕਿਰਿਆ ਸੀ ਕਿ ਨਹੀਂ ਚਲੋ 3 ਮੈਂਬਰੀ ਕਮੇਟੀ ਬਣਾ ਲਓ, ਪਰ ਉਹ ਵੀ ਸੰਵਿਧਾਨਕ ਤੌਰ ਤੇ ਐਸਜੀਪੀਸੀ ਦੇ ਹਵਾਲੇ ਨਾਲ ਸਹੀ ਪ੍ਰਕਿਰਿਆ ਨਹੀਂ ਸੀ। ਸੋ ਫਿਰ ਜੱਦਰ ਗਿਆਨੀ ਰਘਵੀਰ ਸਿੰਘ ਨੇ ਧਾਮੀ ਜੀ ਨੂੰ ਬੁਲਾ ਲਿਆ ਕਿ ਦੱਸੋ ਇਹ ਕੀ ਕਰ ਰਹੇ ਹੋ, ਇਹ ਤੁਹਾਨੂੰ ਅਧਿਕਾਰ ਥੋੜਾ, ਸਾਨੂੰ ਸੌਂਪੋ ਸ਼ਿਕਾਇਤ ਤੇ ਤੁਸੀਂ ਬੁਲਾਓ ਆਪਣੀ ਮੀਟਿੰਗ ਤੇ ਲਓ ਵਾਪਸ। ਜਦੋਂ ਐਸਜੀਪੀਸੀ ਨੇ ਹੰਗਾਮੀ ਮੀਟਿੰਗ ਬੁਲਾਈ ਉਹਦੇ ਵਿੱਚ ਇੱਕੋ ਏਜੰਡਾ ਹੁੰਦਾ। 23 ਤਰੀਕ ਨੂੰ ਹੰਗਾਮੀ ਮੀਟਿੰਗ 'ਚ ਇਹੀ ਮੰਨਿਆ ਜਾ ਸੀ, ਏਜੰਡਾ ਇਹੀ ਆਉਣਾ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਫੈਸਲਾ ਲਿਆ, 3 ਮੈਂਬਰੀ ਕਮੇਟੀ ਬਣਾਈ ਹੈ, ਉਹਨੂੰ ਵਾਪਸ ਲੈਣਾ ਪਏਗਾ, ਰੱਦ ਹੋਏਗਾ। ਪਰ ਅਚਾਨਕ ਕਹਿੰਦੇ ਆਕਾ ਦਾ ਹੁਕਮ ਆਇਆ ਤੇ ਧਾਮੀ ਜੀ ਮੀਟਿੰਗ ਰੱਦ ਕਰਕੇ ਘਰਾਂ ਜਾ ਬੈਠੇ। ਤੇ ਘਰੇ ਜੇ ਕੋਈ ਮਿਲਣ ਲਈ ਆਉਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਰੋਕਤਾ ਕਿ ਬਾਈ ਮੇਰਾ ਆਕਾ ਨਾਰਾਜ਼ ਆ, ਮੈਂ ਨਹੀਂ। ਤੇ ਕਹਿੰਦੇ ਕਿ ਇਸ ਕਦਰ ਨਾਰਾਜ਼ ਸੀ ਕਿ ਅਸਤੀਫਾ ਦੇਣ ਦਾ ਉਹਨਾਂ ਨੇ ਮਨ ਬਣਾ ਲਿਆ। ਪਰ ਹੁਣ ਉਹ 30 ਤਰੀਕ ਨੂੰ ਮੀਟਿੰਗ ਸੱਦ ਰਹੇ ਨੇ। ਕੀ ਉਹ ਕੋਈ ਫੈਸਲਾ ਕਰਨ ਜਾ ਰਹੇ ਨੇ ਵੱਡਾ? ਕੀ ਉਹ ਜਿਹੀ ਜੀ ਦਿੱਖ ਉਹਨਾਂ ਦੀ ਹੈਗੀ ਸੀ ਉਸ ਦਿੱਖ ਨੂੰ ਕਾਇਮ ਰੱਖਣ 'ਚ ਕਾਮਯਾਬ ਹੋ ਜਾਣਗੇ? ਜੀ ਜੀ ਬਿਲਕੁਲ। ਜਾਂ ਉਹ ਸੁਖਬੀਰ ਬਾਦਲ ਦਾ ਦਬਾਅ ਪ੍ਰਭਾਵ ਅਜੇ ਵੀ ਕਬੂਲ ਕਰਕੇ, ਕਿ ਉਸ ਧੜੇ ਦਾ ਦਬਾਅ ਪ੍ਰਭਾਵ ਅਜੇ ਵੀ ਕਬੂਲ ਕਰਕੇ। ਸੋ ਬਾਹਰ ਆਏ, ਉਹ ਬਾਹਰ ਆ ਕੇ ਉਹਨਾਂ ਨੇ ਆਪਣੇ ਦਫ਼ਤਰ 'ਚ ਕੰਮਕਾਜ ਕੀਤਾ। ਜਥੇਦਾਰ ਗਿਆਨੀ ਰਘਵੀਰ ਸਿੰਘ ਉਹਨਾਂ ਨਾਲ ਕੁਝ ਪਲਾਂ ਲਈ ਮੁਲਾਕਾਤ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਇਹ ਸੂਚਨਾ ਬਾਹਰ ਆ ਗਈ ਕਿ 30 ਤਰੀਕ ਨੂੰ ਆਮ ਬੈਠਕ ਹੋਏਗੀ ਸ਼੍ਰੋਮਣੀ ਕਮੇਟੀ ਦੀ। ਹੁਣ ਜਦੋਂ ਆਮ ਬੈਠਕ ਹੋਏਗੀ, ਰੂਟੀਨ ਬੈਠਕ ਹੋਏਗੀ, ਤਾਂ ਉਹਦੇ ਵਿੱਚ ਕੋਈ ਇੱਕ ਏਜੰਡਾ ਨਹੀਂ ਹੈ। ਹੁਣ ਉਹ 'ਚ ਕੀ ਨਾਰਾਇਣ ਸਿੰਘ ਚੌੜਾ ਵਾਲਾ ਮਸਲਾ ਵੀ ਆਏਗਾ, ਕੀ ਉਹਦੇ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਸਲਾ ਵੀ ਆਏਗਾ, ਕੀ ਉਹਦੇ ਵਿੱਚ ਬੀਬੀ ਜਗੀਰ ਕੌਰ ਨੂੰ ਗਾਲ ਕੱਢਣ ਵਾਲੇ ਮਸਲੇ ਤੇ ਵੀ ਸਵਾਲ ਹੋਏਗਾ। ਸੋ ਕਿੰਨੇ ਹੀ ਸਵਾਲ ਖੜੇ ਨੇ। ਕੀ 7 ਮੈਂਬਰੀ ਕਮੇਟੀ ਅੱਗੇ ਕਿਉਂ ਨਹੀਂ ਵੱਧ ਰਹੀ, ਇਹ ਵੀ ਧਾਮੀ ਜੀ ਨੂੰ ਪੁੱਛਿਆ ਜਾਏਗਾ। ਹਾਂਜੀ ਬਿਲਕੁਲ। ਜਦੋਂ ਕਿ ਦਲਜੀਤ ਸਿੰਘ ਚੀਮਾ ਤਾਂ ਕਹਿ ਗਏ ਜੀ ਕਿ 7 ਮੈਂਬਰੀ ਕਮੇਟੀ ਦਾ ਹੁਣ ਕੀ ਰਹਿ ਗਿਆ, ਇਹਨਾਂ ਦੇ ਬਸ ਦਾ ਰੋਗ ਥੋੜਾ ਜੀ, ਇਹਨਾਂ ਨੂੰ ਤਾਂ ਹੋਣੀ ਓ ਨਹੀਂ ਜੀ ਮੈਂਬਰਸ਼ਿਪ, ਹੈ ਨਾ। ਇਹ ਤਾਂ ਬੜੀ ਔਖੀ ਪ੍ਰਕਿਰਿਆ ਜੀ, ਲੰਬੀ ਪ੍ਰਕਿਰਿਆ। ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਮੁਨਕਰ ਹੋ ਰਹੇ ਹੋ ਤੇ ਉਹਦੇ ਵਿੱਚ ਭਾਗੀਵਾਲ ਹੁਣ ਧਾਮੀ ਜੀ ਵੀ ਬਣ ਰਹੇ ਨੇ। ਸੋ ਇਸ ਲਈ ਹੁਣ 30 ਦਸੰਬਰ ਦੀ ਬੈਠਕ ਤੇ ਸਭ ਦੀਆਂ ਨਜ਼ਰਾਂ ਨੇ ਕਿ ਉਸ ਦਿਨ ਐਸਜੀਪੀਸੀ ਦੇ ਪ੍ਰਧਾਨ ਕਿਸ ਪਲੜੇ 'ਚ ਤੁਲਦੇ ਨੇ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਫਿਲਹਾਲ ਲੱਗ ਰਿਹਾ ਜੀ ਕਿ ਰੁੱਸੇ ਧਾਮੀ ਨੂੰ ਮਨਾ ਲਿਆ, ਤੇ ਪਰ ਉਹ ਮੰਨੇ ਹੋਏ ਧਾਮੀ ਜੀ ਹੁਣ ਜਦੋਂ ਸਿਧਾਂਤ ਤੇ ਚੱਲਦੇ ਨੇ ਜਾਂ ਪਾਈਆਂ ਹੋਈਆਂ ਬਾਦਲ ਪਰਿਵਾਰ ਦੀਆਂ ਪੈੜਾਂ ਤੇ ਪੈਰ ਧਰਦੇ ਨੇ। ਬਿਲਕੁਲ ਜੀ। 30 ਦੀ ਮੀਟਿੰਗ ਦਾ ਜਿਹੜਾ ਏਜੰਡਾ ਉਹ ਬਾਦਲ ਪਰਿਵਾਰ ਲਈ ਹੈ ਜਾਂ ਉਹ ਪੰਥ ਦੇ ਕੁਝ ਅਹਿਮ ਫੈਸਲਿਆਂ ਲਈ ਹੈ, ਇਹ ਇੱਕ ਸਵਾਲ ਹੈ। ਦੂਜਾ ਇਹ ਕਿ ਕਈ ਵਾਰੀ ਨਾ ਆਪਾਂ ਜਦੋਂ ਕਿਸੇ ਵੀ ਅਹੁਦੇ ਦੇ ਉੱਤੇ ਵਿਚਰ ਰਹੇ ਹੁੰਦੇ ਹਾਂ, ਸ਼ਰਮਾ ਜੀ ਖਾਸ ਤੌਰ ਤੇ ਜ਼ਿੰਮੇਵਾਰੀ ਵਾਲਾ, ਉਸੇ ਦਰਮਿਆਨ ਕਈ ਕੁਤਾਹੀਆਂ ਹੋ ਜਾਂਦੀਆਂ ਬੰਦੇ ਤੋਂ, ਜਾਣਬੁੱਝ ਕੇ ਕਹਿ ਲਓ ਜਾਂ ਅਣਜਾਣੇ ਦੇ ਵਿੱਚ। ਇਹਦਾ ਮਤਲਬ ਇਹ ਨਹੀਂਗਾ ਕਿ ਉਸ ਤੋਂ ਬਾਅਦ ਉਹਨਾਂ ਨੂੰ ਦਰੁਸਤ ਨਹੀਂ ਕੀਤਾ ਜਾ ਸਕਦਾ। ਦਰੁਸਤ ਕਰਨ ਦੇ ਵੀ ਮੌਕੇ ਆਉਂਦੇ ਨੇ, ਪਰ ਇਹ ਇਤਿਹਾਸ ਦੇ ਵਿੱਚ ਜਾਂ ਦਰਜ ਹੁੰਦਾ ਜਾਂ ਤੁਹਾਡੀ ਸ਼ਖਸੀਅਤ ਨੂੰ ਪ੍ਰਭਾਸ਼ਿਤ ਕਰਦਾ ਵੀ ਤੁਸੀਂ ਜਿਹੜਾ ਦੁਬਾਰਾ ਮੌਕਾ ਮਿਲਿਆ ਉਸ ਮੌਕੇ ਤੇ ਕਿਹੜਾ ਰੁਖ ਅਖਤਿਆਰ ਕੀਤਾ, ਸਹੀ ਫੈਸਲਾ ਲੈ ਕੇ ਵਾਪਸੀ ਵਾਲਾ ਜਾਂ ਪਹਿਰੇਦਾਰੀ ਵਾਲਾ ਜਾਂ ਫਿਰ ਜਾਣੇ ਅਣਜਾਣੇ ਵਾਲੀ ਨੂੰ ਗੱਲ ਨੂੰ ਹੋਰ ਅੱਗੇ ਕਰਨ ਵਾਲਾ। ਬਾਦਲ ਪਰਿਵਾਰ ਦਾ ਤੁਸੀਂ ਜ਼ਿਕਰ ਕੀਤਾ ਤੇ ਕਿਉਂ ਨਾ ਬਾਦਲ ਜੋੜੀ ਦੀ ਗੱਲ ਕਰ ਲਈਏ। ਚੌੜੇ ਮਾਮਲਾ ਜਿਹੜੀ ਆਪਾਂ ਗੱਲ ਕਰਕੇ ਹਟਿਆ, ਹੁਣ ਤੁਸੀਂ ਹਵਾਲਾ ਦਿੱਤਾ ਤੇ ਪੁਲਿਸ ਪਦਕ ਲੈਣ ਦੇ ਲਈ ਬਾਦਲ ਜੋੜੀ ਜਿਹੜੀ ਹੈ ਉਹ ਦੋਨੇ ਪਹੁੰਚੇ ਨੇ ਅਮਿਤ ਸ਼ਾਹ ਦੇ ਦਰਬਾਰ 'ਚ। ਪ੍ਰਵੀਨ ਜੀ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕੇਂਦਰ ਤੋਂ, ਹੈ ਨਾ, ਰਾਸ਼ਟਰਪਤੀ ਜੀ ਤੋਂ, ਹੈ ਨਾ, ਪਦਕ ਦੀ, ਪੁਲਿਸ ਪਦਕ ਦੀ ਮੰਗ ਕੀਤੀ ਹੈ ਜੀ। ਉਹ ਜਿਹੜੇ 2 ਐਸਆਈ ਜਿਨ੍ਹਾਂ ਨੇ ਸੁਖਬੀਰ ਬਾਦਲ ਹੋਰਾਂ ਦੀ ਜਾਨ ਬਚਾਈ ਸੀਗੀ, ਉਹਨਾਂ ਦੋਨਾਂ ਦੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਪੁਲਿਸ ਪਦਕ ਦਿੱਤਾ ਜਾਵੇ। 4 ਦਸੰਬਰ ਨੂੰ ਜਿਹੜੀ ਆਪਾਂ ਨਾਰਾਇਣ ਸਿੰਘ ਚੌੜਾ ਦੇ ਹਮਲੇ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਏਐਸਆਈ ਜਸਵੀਰ ਸਿੰਘ ਤੇ ਏਐਸਆਈ ਹੀਰਾ ਸਿੰਘ ਨੂੰ ਰਾਸ਼ਟਰਪਤੀ ਪੁਲਿਸ ਪਦਕ ਦਿੱਤਾ ਜਾਵੇ। ਬਿਲਕੁਲ ਉਹਨਾਂ ਨੇ ਡਿਊਟੀ ਬਖੂਬੀ ਨਿਭਾਈ। ਉਹਨਾਂ ਨੂੰ ਜਿੱਥੇ ਤੈਨਾਤ ਕੀਤਾ ਸੀ ਉਹਨਾਂ ਨੇ ਉਹ ਕਾਰਜ ਆਪਣਾ ਸਹੀ ਰੋਲ ਨਿਭਾਇਆ। ਹਾਂਜੀ। ਪਰ ਇਸ ਤਰ੍ਹਾਂ ਦੀ ਸਿਫਾਰਿਸ਼ਾਂ ਮਤਲਬ ਕਿ ਬਾਦਲ ਪਰਿਵਾਰ ਕਰ ਰਿਹਾ, ਇਹ ਪੁਲਿਸ ਪ੍ਰਕਿਰਿਆ ਦਾ ਹਿੱਸਾ ਹੋਣਾ ਚਾਹੀਦਾ। ਪੁਲਿਸ ਉਹ ਸਰਕਾਰੀ ਮੁਲਾਜ਼ਮ ਨੇ ਤੇ ਉਹਨਾਂ ਨੂੰ ਮੈਡਲ ਦੇਣੇ, ਕੁਝ ਦੇਣੇ, ਉਹਨਾਂ ਨੇ ਦੇਖਣਾ। ਤੇ ਇਸ ਪ੍ਰਕਿਰਿਆ 'ਚ ਤੁਹਾਡਾ ਪੈਣ ਦਾ ਮਤਲਬ ਤੁਸੀਂ ਇਸ ਬਹਾਨੇ ਕੀ ਕੇਂਦਰ ਦੇ ਨੇੜੇ ਜਾਣਾ ਚਾਹੁੰਦੇ ਹੋ? ਤੇ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਅਮਿਤ ਸ਼ਾਹ ਨੂੰ ਚਿੱਠੀ ਲਿਖ ਰਹੀ ਆ। ਹਾਂ, ਕੋਈ ਸ਼ੱਕ ਨਹੀਂ ਕਿ ਨਾਰਾਇਣ ਸਿੰਘ ਚੌੜਾ ਮਾਮਲੇ 'ਚ ਪੁਲਿਸ ਦੀ ਜਾਂਚ ਕਾਫੀ ਪੜਾਵਾਂ ਤੋਂ ਸ਼ੱਕੀ ਹੈ, ਕਾਫੀ ਪੜਾਵਾਂ ਤੋਂ ਸਵਾਲਾਂ ਦੇ ਘੇਰੇ 'ਚ ਹੈ। ਵਿਕਰਮ ਮਜੀਠੀਆ ਨੇ ਖਾਸੀਆਂ ਵੀਡੀਓ ਕੱਢ ਕੇ ਜਨਤਕ ਕੀਤੀਆਂ, ਪਰ ਉਹ ਵੀ ਚੋਣਵੀਆਂ ਕੀਤੀਆਂ ਕਿ ਜੀ ਆਹ ਦੇਖੋ ਜੀ, ਆਹ ਪੁਲਿਸ ਅਧਿਕਾਰੀ ਨੂੰ ਮਿਲਿਆ ਜੀ, ਆਹ ਇਹਨੂੰ ਮਿਲਿਆ ਜੀ, ਉਹਨੂੰ ਮਿਲਿਆ ਜੀ, ਤੇ ਉਹ ਧਾਮੀ ਨੂੰ ਵੀ ਮਿਲਿਆ ਜੀ। ਉਹ ਕਲਿੱਪ ਨਹੀਂ ਜਾਰੀ ਕੀਤਾ ਕਿਉਂਕਿ ਨਾਰਾਇਣ ਸਿੰਘ ਚੌੜੇ ਦਾ ਕੱਲਾ ਆਹੀ ਰਿਕਾਰਡ ਥੋੜਾ ਕਿ ਪੁਲਿਸ ਰਿਕਾਰਡ 'ਚ ਜੀ ਉਹ ਹਥਿਆਰ ਇੱਧਰ ਉੱਧਰ ਕਰਦਾ ਰਿਹਾ ਜੀ, ਆਹ ਕਰਨਾ ਹੀ ਕਰਦਾ। ਜਿੱਥੇ ਆਹ ਰਿਕਾਰਡ ਹੈ ਉਹਦਾ,
ਉੱਥੇ ਉਹਦਾ ਕਿਤਾਬਾਂ ਲਿਖਣ ਵਾਲਾ ਰਿਕਾਰਡ ਵੀ ਹੈ, ਉੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਵੀ ਰਿਹਾ, ਇਸ ਲਈ ਉਹਦੀ ਜਾਣ ਪਛਾਣ ਉੱਥੇ ਉਹਨਾਂ ਸਾਰਿਆਂ ਨਾਲ ਸੀ। ਤੇ ਪਰ ਤੁਸੀਂ ਚੁਣ ਕੇ ਕੱਢੀ, ਤੇ ਪਰ ਪੁਲਿਸ ਦੀ ਕਾਰਵਾਈ ਸ਼ੱਕੀ ਇਸ ਗੱਲੋਂ ਵੀ ਬਣੀ ਕਿ ਪੁਲਿਸ ਨੇ ਜਦੋਂ FIR ਦਰਜ ਕੀਤੀ ਉਹਦੇ ਵਿੱਚ ASI ਜਸਵੀਰ ਸਿੰਘ ਦਾ ਤੇ ASI ਹੀਰਾ ਸਿੰਘ ਦਾ ਕਿਤੇ ਜ਼ਿਕਰ ਹੀ ਨਹੀਂ। ਜੇ ਇਹ ਦੋ ਪੁਲਿਸ ਮੁਲਾਜ਼ਮ ਬਚਾਉਣ ਚ ਰੋਲ ਨਿਭਾਉਂਦੇ ਨੇ ਤਾਂ FIR 'ਚ ਮਾਮਲਾ ਦਰਜ ਹੋਣਾ ਚਾਹੀਦਾ ਸੀ, ਕੱਲ ਨੂੰ ਇਹ ਗਵਾਹਾਂ ਦੇ ਰੂਪ ਚ ਹਾਜ਼ਰ ਹੋ ਸਕਦੇ ਸੀ। ਪਰ ਪੁਲਿਸ ਨੇ, ਇਹਦਾ ਮਤਲਬ ਪੁਲਿਸ ਦੀ ਕਾਰਵਾਈ ਸ਼ੱਕੀ ਤਾਂ ਹੈਗੀ ਹੈ, ਪਰ ਇਸ ਸ਼ੱਕੀ ਪ੍ਰਕਿਰਿਆ ਨੂੰ ਤੁਸੀਂ ਅਦਾਲਤੀ ਪ੍ਰਕਿਰਿਆ ਰਾਹੀਂ ਲਿਜਾਣ ਦੀ ਬਜਾਏ ਅਗਲੀਆਂ ਅਦਾਲਤਾਂ ਚੁਣੌਤੀ ਦਿੱਤੀ ਜਾਂਦੀ ਹੈ ਨਾ, ਪੜਾ ਦਰ ਪੜਾ, ਪਰ ਤੁਸੀਂ ਸਿੱਧੇ ਅਮਿਤ ਸ਼ਾਹ ਜੀ ਕੋਲ ਲੈ ਕੇ ਗਏ। ਹਰਸਿਮਰਤ ਕੌਰ ਨੇ ਚਿੱਠੀ ਲਿਖੀ ਆ ਕਿ ਇਸ ਮਸਲੇ ਦੀ ਸਾਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਯਕੀਨ ਨਹੀਂ ਆ, ਇਹ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਜਾਂਚ ਕੇਂਦਰੀ ਏਜੰਸੀਆਂ ਕਰਨ। ਤੇ ਇਸ ਲਈ ਇਹ ਅਮਿਤ ਸ਼ਾਹ ਕੋਲ ਚਿੱਠੀ ਦਾ ਜਾਣਾ, ਕੇਂਦਰ ਦੇ ਕੋਲ ਚਿੱਠੀ ਦਾ ਲਿਖਣਾ ਤੇ ਜਥੇਦਾਰਾਂ ਨੂੰ ਕਹੀ ਜਾਣਾ ਕਿ ਤੁਸੀਂ BJP ਨਾਲ ਰਲੇ ਹੋ, RSS ਨਾਲ ਰਲੇ ਹੋ ਤੇ ਆਪ ਰਲਣ ਲਈ ਤਰਲੋ ਮੱਛੀ ਹੋਣਾ, ਇਹ ਉਹਦੇ ਵੀ ਪ੍ਰਤੀਕ। ਬਿਲਕੁਲ ਜੀ, ਤੁਸੀਂ ਸਹੀ ਕਿਹਾ, ਜਥੇਦਾਰਾਂ ਨੂੰ ਤਾਂ ਕਹਿ ਰਹੇ ਨੇ, ਪਰ ਆਪਾਂ ਉਦਾਂ ਹੀ ਤੁਸੀਂ ਗੱਲ ਸਾਂਝੀ ਕੀਤੀ ਸੀ ਵੀ ਅੰਦਰ ਖਾਤੇ ਕਈ ਬੰਦੇ ਜਿਹੜੇ ਨੇ ਉਹ ਭਾਜਪਾ ਨਾਲ ਗੱਠ ਜੋੜ ਲਈ ਤਰਲੋ ਮੱਛੀ ਵੀ ਹੋ ਰਹੇ ਨੇ, ਬਕਾਇਦਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਨਾਲ ਸਮਾਂ ਮਿੱਥਿਆ ਜਾ ਰਿਹਾ, ਔਰ ਸਾਲਸੀ ਬੰਦੇ ਵੀ ਸਾਹਮਣੇ ਆਏ ਨੇ ਜਿਹੜੇ ਭਾਜਪਾ ਦੇ ਵਿੱਚ ਵੀ ਨੇ ਤੇ ਅਕਾਲੀ ਦਲ ਦੇ ਵਿੱਚ ਵੀ ਸਰਗਰਮ ਨੇ ਜੀ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।